वाहिगुरु जी का खालसा वाहिगुरु जी की फतेह। परम सन्मानयोग सतगुरां दे हजूर जुड़ मिल बैठे रब रूप गुरमुख सत्संगी जन, सतगुरु जी की अपार बख्शिश महरामत का सदका गुरु दर ते सतगुरु जी दे हजूर जुड़ के बैठण दा समा नसीब होया। सतगुरु जी की प्यारी बाणी द्वारा सतगुरु दे कीर्तन, गुरु की कथा, गुरु के शब्द राही वाहिगुरु नाल जुड़न दा निमाणा जिहा उपराला कर रहे हैं। सतगुरु रहमत करदियां समझाउंदे ने कि साडे हर साह दा मालक वाहिगुरु है। जो भी असी साह लै रहे हैं इन्हां दा मालक वो परमेश्वर है। इसलिए परमात्मा नूं प्राणपति भी कहा गया कि प्राणा दा पति, प्राणा दा मालक। जो साडे प्राण चल रहे ने, साडे श्वास चल रहे ने, इन्हां दा मालक खसम वो परमेश्वर है। क्योंकि उसने ही सानू ये जीवन बख्शिया। उस वाहिगुरु ने जिहड़ा कण कण विच समाया, जिहड़ा इस संसार दे जरे जरे विच वसिया होया, जिहदे तो खाली कुछ है ही नहीं। सतगुरु कहंदे उहदे तो बाहर कुछ भी नहीं है, ओही है। तू किसे ना दिसै बाहर आ जियो। सतगुरु कहंदे तू किते भी बाहर नहीं दिसदा, तू सब थाई है। कोई ऐसी थां, कोई ऐसी जगह किते भी नहीं है जिथे वो ना होवे। असी मौजूद होइए या ना होइए, वो वाहिगुरु हर थां मौजूद है। ਉਹਦੀ ਪ੍ਰੈਜ਼ੈਂਸ हर ਥਾਂ है। ਜਿਵੇਂ ਅਸੀਂ ਗੁਰੂ ਦੇ ਦਰ ਮੌਜੂਦ ਹੋਈਏ ਜਾਂ ਨਾ ਹੋਈਏ, ਗੁਰੂ ਤੇ ਹੈ, वो हर थां है, हर जगह समाया होया, वसिया होया। सब कासे दा मालक सतगुरु कहंदे ओही है। असीं किसी भी चीज़ दे मालक नहीं आ इत्थे। जिहदे भी अपने आप नूं मालक समझदे हां, असीं उन्हां चीज़ां विचों किसे दे भी मालक नहीं हां। ना जमीन दे, ना घर दे, ना किसी मोटर कार गड्डी दे, किसी भी शै दे असीं मालक नहीं हाँ। जिस वक्त साडे शरीर विचों प्राण निकल जाते ने, उस वक्त वो चीज़ां शरीर दे वांगू ही पईयां रह जांदियां। एक पासे शरीर पिया, दूसरे पासे शरीर दे नाल वो चीज़ां पईयां। सोना चांदी वो हत्थ दे विच शरीर दे नाल ही रह गया। वधिया महंगा मोबाइल फोन वो जेब विच ही रह गया। इसलिए असी सिर्फ मालक उन्नी देर हाँ जिन्नी देर तक जिउंदे हाँ, जिन्नी देर तक साह चलते हैं। जिवें ही शरीर विचों प्राण निकले, उवें ही साडी मलकीयत गई, उवें ही साडा मालक होना गया, खत्म। मालक सिर्फ परमात्मा है। असीं ते एवें बने हुए हाँ, असीं ते एवें बने हुए हाँ। तुसीं जरा उस वेले की कल्पना करो कि जिस वक्त पहला पहल ये दुनिया बनी ते मनुख धरती ते जन्मिया, तां की उस वेले इसने किसी कोलों जमीन खरीदी सी?
ਜਿਹਦੇ ਉੱਤੇ ਇਹਨੇ ਘਰ ਬਣਾਇਆ, ਆਪਣਾ ਰਹਿਣ ਬਸੇਰਾ ਕੀਤਾ, ਕੀ ਇਹ ਉਸ ਜ਼ਮੀਨ ਦਾ ਮਾਲਕ ਕਿਸੇ ਤੋਂ ਜ਼ਮੀਨ ਖਰੀਦ ਕੇ ਬਣਿਆ? ਨਹੀਂ। ਜਿੱਥੇ ਜਗ੍ਹਾ ਦੇਖੀ, ਜਿਸ ਗੁਫਾ ਦੇ ਵਿੱਚ ਇਹਨੂੰ ਟਿਕਾਣਾ ਆਸਰਾ ਮਿਲਿਆ, ਇਹ ਉੱਥੇ ਹੀ ਬਹਿ ਗਿਆ ਤੇ ਉਹਨੂੰ ਹੀ ਮਾਲਕ ਬਣਾ ਸਮਝ ਬੈਠਾ, ਉਹਦਾ ਹੀ ਮਾਲਕ ਆਪਣੇ ਆਪ ਨੂੰ ਸਮਝ ਬੈਠਾ। ਇਸੇ ਤਰ੍ਹਾਂ ਬੰਦੇ ਨੇ ਜ਼ਮੀਨ ਦੇ ਟੁਕੜਿਆਂ ਨੂੰ ਵੰਡ ਕੇ ਉਹਨਾਂ ਨੂੰ ਆਪਣੇ ਨਾਮ ਨਾਲ ਜੋੜ ਲਿਆ ਕਿ ਇਹ ਮੇਰਾ। ਜਦੋਂ ਇਸ ਦੁਨੀਆ ਤੋਂ ਤੁਰ ਜਾਂਦਾ ਹੈ, ਜ਼ਮੀਨ ਉੱਥੇ ਰਹਿ ਜਾਂਦੀ ਹੈ, ਉੱਥੇ ਦੀ ਉੱਥੇ, ਚੀਜ਼ਾਂ ਉੱਥੇ ਦੀਆਂ ਉੱਥੇ। ਇਸ ਲਈ ਸਤਿਗੁਰੂ ਕਹਿੰਦੇ ਮਾਲਕ ਸਿਰਫ ਪਰਮੇਸ਼ਰ ਹੈ, ਅਸੀਂ ਲੋਕ ਨਹੀਂ ਹਾਂ। ਮਾਲਕ ਉਹ ਵਾਹਿਗੁਰੂ ਹੈ। ਇਸ ਲਈ ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਜਿਹੜਾ ਸਭ ਕਾਸੇ ਦਾ ਮਾਲਕ ਹੈ, ਉਹਨੂੰ ਤੋਂ ਵਿਸਾਰ ਨਾ, ਉਹਨੂੰ ਭੁਲਾ ਨਾ, ਉਹ ਭੁੱਲੇ ਨਾ ਕਿਸੇ ਵੀ ਤਰ੍ਹਾਂ। ਸਾਸ ਗਰਾਸ ਕੋ ਦਾਤੋ ਠਾਕੁਰ, ਸੋ ਕਿਉ ਮਨੋ ਵਿਸਾਰਿਓ ਰੇ। ਸਤਿਗੁਰੂ ਕਹਿੰਦੇ ਉਹ ਸਵਾਸਾਂ ਦਾ ਮਾਲਕ, ਉਹ ਸਾਸ ਗਰਾਸ ਦੇਣ ਵਾਲਾ, ਉਹ ਸਾਨੂੰ ਆ ਜੋ ਅਸੀਂ ਖੁਰਾਕ ਖਾ ਰਹੇ ਹਾਂ, ਖਾਣਾ ਖਾ ਰਹੇ ਹਾਂ, ਇਹ ਵੀ ਤੇ ਉਹਨੇ ਬਖਸ਼ਿਆ। ਇਹ ਜੋ ਚੀਜ਼ਾਂ ਉਹਨੇ ਸਾਨੂੰ ਦਿੱਤੀਆਂ, ਇਹ ਵੀ ਤੇ ਉਹਦੀਆਂ ਨੇ। ਸਤਿਗੁਰੂ ਕਹਿੰਦੇ ਸਭ ਕੁਛ ਉਹਦਾ ਹੈ। ਇਹ ਸਾਰਾ ਕੁਛ, ਇਹ ਖੰਡ ਬ੍ਰਹਿਮੰਡ, ਇਹ ਚੀਜ਼ਾਂ, ਇਹ ਵਸਤੂਆਂ ਖਾਣ ਪੀਣ ਦੀਆਂ, ਸਭ ਉਸ ਪਰਮੇਸ਼ਰ ਦੀਆਂ। ਇਸ ਲਈ ਉਹ ਵਾਹਿਗੁਰੂ ਜਿਹੜਾ ਸਭ ਕੁਝ ਦੇ ਰਿਹਾ ਹੈ, ਸਭ ਕਾਸੇ ਦਾ ਮਾਲਕ ਹੈ, ਉਸ ਨੂੰ ਤੂੰ ਆਪਣੇ ਮਨ ਵਿੱਚੋਂ ਕਿਉਂ ਭੁਲਾਉਣਾ? ਸੋ ਕਿਉਂ ਮਨੋਂ ਵਿਸਾਰਿਓ ਰੇ। ਸਤਿਗੁਰੂ ਕਹਿੰਦੇ ਕਿਉਂ ਤੂੰ ਉਹਨੂੰ ਆਪਣੇ ਮਨ ਵਿੱਚੋਂ ਵਿਸਾਰਿਆ? ਤੂੰ ਕਿਉਂ ਭੁਲਾਇਆ? ਇਸ ਮਾਇਆ ਮਗਰ ਲੱਗ ਕੇ, ਰੂਪ ਮਗਰ ਲੱਗ ਕੇ। ਸਤਿਗੁਰੂ ਕਹਿੰਦੇ ਉਹਨਾਂ ਚੀਜ਼ਾਂ ਦੇ ਮਗਰ ਲੱਗ ਕੇ ਰੱਬ ਨੂੰ ਵਿਸਾਰਿਆ ਜਿਹੜੀਆਂ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ। ਕਿ ਵੇਖੋ ਬੰਦੇ ਦੀ ਹਾਲਤ, ਇਹ ਆਪਣੀ ਸਮਝ ਦਾ ਦਿਵਾਲਾ ਕਿਵੇਂ ਕੱਢਦਾ ਕਿ ਰਤਨ ਨੂੰ ਛੱਡ ਕੇ ਕੌਡੀ ਦੇ ਮਗਰ ਦੌੜਦਾ। ਹੁਣ ਇਸ ਬੰਦੇ ਨੂੰ ਸਿਆਣਾ ਕੌਣ ਕਵੇ? ਆਪਾਂ ਉਸ ਬੰਦੇ ਨੂੰ ਮੂਰਖ ਕਹਾਂਗੇ ਕਿ ਜਿਹੜਾ ਕੀਮਤੀ ਹੀਰੇ ਨੂੰ, ਰਤਨ ਨੂੰ ਛੱਡ ਕੇ ਉਹ ਕੌਡੀਆਂ ਇਕੱਠੀਆਂ ਕਰਦਾ। ਹੀਰੇ ਕੋਲ ਪਏ ਨੇ, ਰਤਨ ਕੋਲ ਪਏ ਨੇ, ਉਹਨਾਂ ਵੱਲ ਦੇਖਦਾ ਵੀ ਨਹੀਂ ਤੇ ਕੌਡੀਆਂ ਇਕੱਠੀਆਂ ਕਰੀ ਜਾਂਦਾ। ਅਸੀਂ ਉਹਦੇ ਤੇ ਹੱਸਾਂਗੇ, ਉਹਦਾ ਮਜ਼ਾਕ ਉਡਾਵਾਂਗੇ, ਉਹਨੂੰ ਮੂਰਖ ਕਹਾਂਗੇ, ਪਾਗਲ ਕਹਾਂਗੇ, ਨਾ ਸਮਝ ਕਹਾਂਗੇ। ਸਤਿਗੁਰੂ ਕਹਿੰਦੇ ਬੰਦੇ ਦੀ ਹਾਲਤ ਇਹ ਹੈ ਕਿ ਸੱਚ ਨੂੰ, ਉਸ ਵਾਹਿਗੁਰੂ ਨੂੰ ਛੱਡ ਕੇ ਇਹ ਕੂੜ ਕਵਾੜ ਇਕੱਠਾ ਕਰੀ ਜਾਂਦਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਸੱਚ ਨੂੰ ਛੱਡ ਕੇ ਝੂਠ ਵਿੱਚ ਰਚਿਆ ਮਿਚਿਆ ਪਿਆ, ਝੂਠ ਵਿੱਚ ਗਲਤਾਨ ਹੈ। ਝੂਠ ਹੀ ਅੱਜ ਬੰਦੇ ਦਾ ਸਭ ਕੁਝ ਬਣ ਗਿਆ ਹੈ, ਝੂਠ ਨੂੰ ਹੀ ਲੈ ਕੇ ਬੈਠਾ ਹੈ। ਸਤਿਗੁਰੂ ਕਹਿੰਦੇ ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਜਿਹਨੂੰ ਛੱਡ ਜਾਣਾ ਉਸ ਨੂੰ ਇਹ ਸਥਿਰ ਕਰਕੇ ਮੰਨਦਾ। ਜਿਹਨੂੰ ਤਿਆਗ ਜਾਣਾ ਉਹਦੇ ਬਾਰੇ ਇਹ ਸੋਚਦਾ ਕਿ ਇਹ ਚੀਜ਼ ਹਮੇਸ਼ਾ ਰਹੇਗੀ। ਜੋ ਹੋਵਨ ਸੋ ਦੂਰ ਪੁਰਾਣਾ। ਜਿਹੜੀ ਚੀਜ਼ ਨਾਲ ਹੋਣ ਵਾਲੀ ਹੈ, ਸਹਾਈ ਹੋਣ ਵਾਲੀ, ਉਹਨੂੰ ਦੂਰ ਕਰਦਾ, ਉਹਨੂੰ ਪਰੇ ਕਰ ਦਿੰਦਾ। ਸਤਿਗੁਰੂ ਕਹਿੰਦੇ ਆਹ ਹਾਲਤ ਹੈ ਬੰਦੇ ਦੀ। ਤੇ ਫਿਰ ਐਸਾ ਬੰਦਾ ਉਹ ਫਿਰ ਸੁਖੀ ਕਿਵੇਂ ਹੋਵੇ? ਉਹਦੇ ਜੀਵਨ ਵਿੱਚ ਆਨੰਦ ਕਿਵੇਂ ਆਵੇ? ਉਹਦੇ ਜੀਵਨ ਵਿੱਚ ਟਿਕਾ ਕਿੱਥੋਂ ਆਵੇ? ਫਿਰ ਸਤਿਗੁਰੂ ਕਹਿੰਦੇ ਉਹਦੇ ਜੀਵਨ ਵਿੱਚ ਕਦੇ ਆਨੰਦ ਨਹੀਂ ਆ ਸਕਦਾ, ਕਦੇ ਟਿਕਾ ਨਹੀਂ ਆ ਸਕਦਾ, ਕਿਉਂਕਿ ਉਹ ਕਰ ਹੀ ਗਲਤ ਰਿਹਾ, ਮਾਰਗ ਹੀ ਗਲਤ ਪਕੜ ਲਿਆ। ਇਸ ਕਰਕੇ ਸਤਿਗੁਰੂ ਸਮਝਾਉਂਦੇ ਉਹ ਸੁੱਖਾਂ ਦਾ ਦਾਤਾ, ਉਹ ਸਾਸ ਗਰਾਸ ਦਾ ਮਾਲਕ ਵਾਹਿਗੁਰੂ, ਉਹ ਕਿਉਂ ਭੁਲਾ ਦਿੱਤਾ ਤੂੰ ਆਪਣੇ ਮਨੋਂ? ਸੋ ਕਿਉਂ ਮਨੋਂ ਵਿਸਾਰਿਓ ਰੇ। ਉਹਨੂੰ ਤੂੰ ਕਿਉਂ ਵਿਸਾਰਿਆ? ਸਤਿਗੁਰੂ ਕਹਿੰਦੇ ਹੀਰਾ ਲਾਲ ਅਮੋਲ ਜਨਮ ਹੈ। ਵਾਹਿਗੁਰੂ ਦਾ ਇਹ ਜਿਹੜਾ ਬਖਸ਼ਿਆ ਹੋਇਆ ਜੀਵਨ ਹੈ, ਇਹ ਬੜਾ ਕੀਮਤੀ ਹੈ।
ਇਹਦੇ ਵਰਗਾ ਹੀਰਾ, ਇਹਦੇ ਵਰਗਾ ਕੀਮਤੀ ਲਾਲ ਕੋਈ ਹੋਰ ਨਹੀਂ ਹੈ। ਹੀਰਾ, ਲਾਲ, ਅਮੋਲ ਰਤਨ। ਸਤਿਗੁਰੂ ਕਹਿੰਦੇ ਬੜਾ ਅਮੋਲ ਹੈ, ਬੜਾ ਅਨਮੋਲ। ਇਹਦੇ ਜੈਸਾ ਅਨਮੋਲ ਰਤਨ ਹੋਰ ਕੋਈ ਨਹੀਂ। ਇਹ ਬੜਾ ਅਨਮੋਲ ਹੈ। ਤੂੰ ਐਵੇਂ ਇਸ ਨੂੰ ਵਿਅਰਥ ਗਵਾ ਰਿਹਾ ਹੈ। ਕੌਡੀ ਬਦਲੇ ਹਾਰੇ ਹੋ ਰਹੇ, ਕੌਡੀ ਦੇ ਬਦਲੇ, ਉਸ ਚੀਜ਼ ਦੇ ਬਦਲੇ ਇਸ ਜੀਵਨ ਨੂੰ ਹਾਰ ਰਿਹਾ ਜਿਹੜੀ ਚੀਜ਼ ਬੇਅਰਥ ਹੈ, ਬੇਕਾਰ ਚੀਜ਼ ਦੇ ਲਈ। ਬਹੁਤ ਵਾਰੀ ਐਸਾ ਹੁੰਦਾ ਹੈ ਕਿ ਬੰਦਾ ਆਪਣਾ ਬਹੁਤ ਸਾਰਾ ਸਮਾਂ ਕਿਸੇ ਐਸੇ ਕੰਮ ਨੂੰ ਕਰਨ ਵਿੱਚ ਲਾ ਦਿੰਦਾ ਹੈ ਜਿਹੜੇ ਕੰਮ ਨੂੰ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਐਸੇ ਬਹੁਤ ਸਾਰੇ ਲੋਕ ਤੁਹਾਨੂੰ ਮਿਲੇ ਹੋਣਗੇ ਜਾਂ ਤੁਸੀਂ ਵੀ ਐਸਾ ਕੁਝ ਕਰਿਆ ਹੋਵੇਗਾ। ਕੋਈ ਕਾਰ ਵਿਹਾਰ, ਕੋਈ ਕੰਮ, ਕੋਈ ਕਿਸੇ ਤਰ੍ਹਾਂ ਦਾ ਬਿਜ਼ਨਸ ਕਿ ਕਾਫੀ ਸਮਾਂ ਚਲਾਇਆ, 2-4 ਸਾਲ ਉਹਦੇ ਤੇ ਕੰਮ ਕੀਤਾ, ਪਰ ਹੱਥ ਪੱਲੇ ਕੁਛ ਵੀ ਨਹੀਂ ਪਿਆ, ਹਾਸਲ ਕੁਛ ਵੀ ਨਹੀਂ ਹੋਇਆ। ਫਿਰ ਅਖੀਰ ਛੱਡਣਾ ਪਿਆ ਕਿਉਂਕਿ ਉਹਦੇ ਵਿੱਚੋਂ ਨਿਕਲਿਆ ਕੁਛ ਨਹੀਂ। ਸਤਿਗੁਰੂ ਕਹਿੰਦੇ ਬੰਦਾ ਕੌਡੀ ਦੇ ਬਦਲੇ ਆਪਣਾ ਜੀਵਨ, ਆਪਣਾ ਜਨਮ ਵਿਅਰਥ ਗਵਾ ਰਿਹਾ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚੋਂ ਸੁੱਖ ਲੱਭਦਾ ਫਿਰਦਾ ਜਿਨ੍ਹਾਂ ਵਿੱਚ ਸੁੱਖ ਹੈ ਹੀ ਨਹੀਂ। ਇਹ ਵਾਸਨਾ ਵਿੱਚੋਂ ਸੁੱਖ ਲੱਭਦਾ ਹੈ, ਇਹ ਲੋਭ ਵਿੱਚੋਂ, ਮੋਹ ਵਿੱਚੋਂ ਸੁੱਖ ਲੱਭਦਾ ਫਿਰਦਾ ਹੈ, ਇਹ ਰੂਪ ਵਿੱਚੋਂ ਸੁੱਖ ਲੱਭਦਾ ਕਿ ਰੂਪ 'ਚੋਂ ਸੁੱਖ ਲੱਭ ਜਾਵੇ। ਜਦ ਰੂਪ ਨਹੀਂ ਹਮੇਸ਼ਾ ਰਹਿਣ ਵਾਲਾ ਤਾਂ ਫਿਰ ਉਹਦੇ ਵਿੱਚੋਂ ਸੁੱਖ ਕਿੱਥੋਂ ਮਿਲੇਗਾ। ਇਸ ਲਈ ਜਿਹੜੀ ਵੀ ਚੀਜ਼ ਵਿੱਚੋਂ ਬੰਦਾ ਸੁੱਖ ਲੱਭ ਰਿਹਾ ਉਹ ਚੀਜ਼ ਹਮੇਸ਼ਾ ਨਹੀਂ ਰਹਿੰਦੀ। ਸੁੱਖ ਉਹੀ ਚੀਜ਼ ਦੇ ਸਕਦੀ ਹੈ ਜਿਹੜੀ ਹਮੇਸ਼ਾ ਰਹੇਗੀ, ਤੇ ਹਮੇਸ਼ਾ ਰਹਿਣ ਵਾਲਾ ਇਹ ਤੇ ਕੁਝ ਵੀ ਨਹੀਂ। ਸਰੀਰ ਵੀ ਹਮੇਸ਼ਾ ਰਹਿਣ ਵਾਲਾ ਨਹੀਂ, ਸਰੀਰ ਵੀ ਹਮੇਸ਼ਾ ਸੁੱਖ ਨਹੀਂ ਦਿੰਦਾ ਕਿਉਂਕਿ ਸਰੀਰ ਨੂੰ ਵੀ ਬਿਮਾਰੀ ਲੱਗਦੀ ਹੈ, ਰੋਗ ਲੱਗਦਾ ਹੈ, ਸਰੀਰ ਬਿਮਾਰ ਠਮਾਰ ਹੁੰਦਾ ਹੈ। ਇਸ ਲਈ ਸਰੀਰ ਵੀ ਹਮੇਸ਼ਾ ਸੁੱਖ ਨਹੀਂ ਦਿੰਦਾ। ਅੱਜ ਜਿਹੜਾ ਸਰੀਰ ਤਾਕਤਵਰ ਹੈ, ਅੱਜ ਜਵਾਨ ਹੈ, ਤਾਂ ਇਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ। ਕੱਲ ਨੂੰ ਬੁੱਢਾ ਹੋ ਜਾਏਗਾ ਤਾਂ ਮਾੜੀ ਜੀ ਵੀ ਦਿੱਕਤ, ਜਰਾ ਜੀ ਵੀ ਦਿੱਕਤ ਉਹ ਇਸ ਸਰੀਰ ਨੂੰ ਪਰੇਸ਼ਾਨ ਕਰੇਗੀ। ਹੁਣ ਮਾੜੀ ਮੋਟੀ ਸੱਟ ਲੱਗ ਵੀ ਜਾਵੇ ਤਾਂ ਕੋਈ ਫਿਕਰ ਨਹੀਂ, ਬੰਦਾ ਪਰਵਾਹ ਨਹੀਂ ਕਰਦਾ। ਪਰ ਬਜ਼ੁਰਗ ਅਵਸਥਾ ਵਿੱਚ ਜਰਾ ਜੀ ਸੱਟ ਵੱਜੀ ਤਾਂ ਉਹ ਕਈ ਮਹੀਨੇ ਠੀਕ ਨਹੀਂ ਹੁੰਦੀ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਆਪਣਾ ਜਨਮ ਤੂੰ ਵਿਅਰਥ ਕਿਉਂ ਗਵਾ ਰਿਹਾ, ਕਿਉਂਕਿ ਇਹ ਸਰੀਰ ਵੀ ਹਮੇਸ਼ਾ ਨਹੀਂ ਰਹਿਣ ਵਾਲਾ, ਇਹ ਸਰੀਰ ਵੀ ਹਮੇਸ਼ਾ ਸੁੱਖ ਦੇਣ ਵਾਲਾ ਨਹੀਂ ਹੈ, ਆਨੰਦ ਦੇਣ ਵਾਲਾ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਵੀ ਚੀਜ਼ਾਂ ਦੇ ਮਗਰ ਤੂੰ ਭਾਈ ਲੱਗਿਆ ਹੋਇਆ ਉਹ ਚੀਜ਼ਾਂ ਸੁੱਖ ਨਹੀਂ ਦਿੰਦੀਆਂ। ਤੂੰ ਐਵੇਂ ਖਾਮਖਾ ਆਪਣਾ ਹੀਰਾ ਜਨਮ ਗਵਾ ਰਿਹਾ। ਹੀਰਾ ਲਾਲ ਅਮੋਲ ਜਨਮ ਹੈ, ਬਹੁਤ ਅਨਮੋਲ ਹੈ, ਇਹ ਅਨਮੋਲ ਹੈ। ਬਸ ਇਹ ਹੈ ਕਿ ਜੇ ਆਪਣੇ ਜੀਵਨ ਦੀ ਅਨਮੋਲਤਾ ਨੂੰ ਜਾਣਨਾ ਤਾਂ ਫਿਰ ਕਿਸੇ ਦੂਸਰੇ ਦੇ ਨਾਲ ਇਹਨੂੰ ਕੰਪੇਅਰ ਨਾ ਕਰੋ, ਇਹਨੂੰ ਤੁਲਨਾ ਨਾ ਦਿਓ, ਕਿਉਂਕਿ ਅਸੀਂ ਤੁਲਨਾ ਦਿੰਦੇ ਹਾਂ ਦੂਸਰੇ ਬੰਦੇ ਦੇ ਨਾਲ, ਦੂਸਰੇ ਬੰਦੇ ਦਾ ਘਰ ਉਹਦੇ ਨਾਲ ਤੁਲਨਾ ਕਰਦੇ ਹਾਂ, ਕਿਸੇ ਦੂਸਰੇ ਦੀ ਕਾਰ ਉਹਦੇ ਨਾਲ ਤੁਲਨਾ ਕਰਦੇ ਹਾਂ, ਕਿਸੇ ਦੂਸਰੇ ਦਾ ਰੂਪ ਉਹਦੇ ਨਾਲ ਤੁਲਨਾ ਕਰਦੇ ਹਾਂ, ਕਿਸੇ ਦੂਸਰੇ ਦੇ ਕੋਲ ਕੀ ਹੈ ਉਹਦੇ ਨਾਲ ਤੁਲਨਾ ਕਰਦੇ ਹਾਂ, ਪੈਸਾ, ਵਧੀਆ ਨੌਕਰੀ, ਵਧੀਆ ਘਰ-ਬਾਰ, ਜ਼ਮੀਨ, ਅਸੀਂ ਲੋਕ ਇਸ ਤਰ੍ਹਾਂ ਤੁਲਨਾ ਕਰਦੇ ਹਾਂ। ਸਾਡੇ ਕੋਲ ਉਹ ਨਹੀਂ ਹੈ, ਇਸ ਲਈ ਅਸੀਂ ਉਸ ਨੂੰ ਵਧੀਆ ਸਮਝਦੇ ਹਾਂ ਕਿ ਉਸ ਬੰਦੇ ਕੋਲ ਹੈ, ਉਹ ਬਹੁਤ ਵਧੀਆ ਹੈ। ਦੂਸਰੇ ਕੋਲ ਜ਼ਮੀਨ ਹੈ, ਉਹ ਬਹੁਤ ਵਧੀਆ, ਮੇਰੇ ਕੋਲ ਨਹੀਂ ਹੈ, ਮੈਂ ਵਧੀਆ ਨਹੀਂ, ਮੈਂ ਸੁਖੀ ਨਹੀਂ। ਦੂਸਰਾ ਬੰਦਾ ਜਿਹਦੇ ਕੋਲ ਹੈ ਚੀਜ਼ਾਂ ਉਹਨੂੰ ਉਹ ਬੰਦਾ ਚੰਗਾ ਸਮਝਦਾ ਹੈ ਕਿ ਕਿੰਨਾ ਸੁਖੀ ਆਦਮੀ ਹੈ, ਕਿੰਨੇ ਸੁੱਖ ਭੋਗ ਰਿਹਾ ਹੈ, ਕਿੰਨੀ ਤਨਖਾਹ ਲੈ ਰਿਹਾ ਹੈ। ਬੰਦਾ ਦੂਸਰੇ ਨੂੰ ਇਸ ਤਰ੍ਹਾਂ ਸੁਖੀ ਸਮਝਦਾ ਹੈ। ਪਰ ਇਹ ਸੁੱਖ ਦੀ ਨਿਸ਼ਾਨੀ ਥੋੜ੍ਹੀ ਨਾ ਹੈ ਕਿ ਕਿਸੇ ਕੋਲ ਤੁਹਾਡੇ ਨਾਲ ਚੀਜ਼ਾਂ ਜ਼ਿਆਦਾ ਨੇ ਤਾਂ ਉਹ ਸੁਖੀ ਹੈ। ਤੁਸੀਂ ਜਰਾ ਉਹਨਾਂ ਲੋਕਾਂ ਨੂੰ ਵੇਖੋ। ਇੱਕ ਮੇਰੇ ਮਿੱਤਰ ਨੇ, ਉਹਨਾਂ ਦੇ ਗੁਆਂਢ ਦੇ ਵਿੱਚ ਕੋਈ ਯੂਪੀ ਬਿਹਾਰ ਤੋਂ ਕੋਈ ਪਰਿਵਾਰ ਆ ਕੇ ਵਸਿਆ ਤੇ ਉਹ ਕਹਿੰਦਾ ਮੈਂ ਬੜਾ ਹੈਰਾਨ ਹੋਇਆ
कि उन्हां दा सारे परिवार का समान सिर्फ एक बैग विच, सिर्फ एक बैग विच समान, कुछ बहुत ज़्यादा नहीं, 2-4 कपड़े होणगे औरत दे, उन्हां दा एक छोटा जिहा बच्चा है, उहदा एक छोटा जिहा खिडौना, ते जिहड़ा आदमी है उहदे 2-4 कपड़े। कहंदा मैं अपनी छत ते खड़ा मैं देख रहा, तो उन्हां दा आही समाज संसार है, इन्ना को, तो वो इन्ने कुछ विच ही खुश ने, होर कोई बहुता खलारा नहीं उन्हां दा, कोई घर दे माड़े मोटे भांडे ने, बस ठीक है। तो वो कहंदे 2-4 साल वो साडे आंढ गुआंढ विच रहे, उन्होंने कोई बहुता खलारा नहीं खिलारिया, अपना बहुता पसारा नहीं किया कि आ भी खरीद लीए, आ भी खरीद लीए, आ भी चीज़ ले आइए, आ भी ले आइए, कुछ नहीं, बस जिन्ना कुछ सी उन्ना की। फिर बाद विच जदों गए तो उन्ना की इकट्ठा किया तो तुर पे। असी लोग बड़े खिलारे खिलार लेने, असी बड़ा पसारा पसार लेने, ये समझ लेने कि जिवें हमेशा ही रहना हुंदा, जिवें हमेशा ही असी मलमालक बन के रहना, सब चीज़ां साडियां रह जांदियां। वो कहंदा मैं देखदा रहिंदा सां उन्हां नूं कि मेरे कोल कार भी है, मेरे कोल वधिया घर भी है, मेरे कोल सारियां सुख सहूलतां भी ने, पर उन्हां लोकां नूं मैं अपने नालों ज़्यादा खुश देखिया, उन्हां नूं अपने नालों ज़्यादा खुश देखिया। साडे कोल बैठण वास्ते, खाना खाण वास्ते वधिया डाइनिंग टेबल लगा होया, वधिया कुर्सियां लगियां होईयां, उन्हां नूं मैं अक्सर देखदा सां कि एक थाली दे विच पाउंदे सन ते तीनों ही खा लैंदे सन, ते बड़ा खुश रहिंदे सी। असीं वधिया भांडियां विच खाण वाले, वधिया थां, वधिया कुर्सियां ते बह के खाण वाले, सानूं फिर भी कोई सुख नहीं। इसलिए सुख नूं चीज़ां नाल नहीं तोलिया जा सकदा कि किसी बंदे को मेरे नालों बहुत ज़्यादा है। वो कहते साडा ध्यान इस गल ते लगा रहिंदा है कि गुआंढी दे कोल मेरे नालों ज़्यादा वधिया टेबल ने, मेरे नालों ज़्यादा वधिया कुर्सियां ने, मेरे नालों ज़्यादा वधिया घर है, मेरे नालों ज़्यादा वधिया कार है। साडा ध्यान इस पासे लगा रहिंदा है। इस करके असीं अपने घर दीयां सुख सहूलतां दा कदे सुख मान ही नहीं पांदे। जदों मैं उन्हां नूं देखदा, वो साडे वाल देखते भी नहीं कि ये साडे गुआंढी अमीर ने, वो अपनी मस्ती विच खाण विच, अपनी मस्ती विच बच्चे विच लगे ने, अपनी मस्ती विच अपने काम धंधे। जदों असीं किसे दे नाल खुद नूं कंपेयर करदे आ ना, उदों ही असीं दुखी हुंदे आ। इसलिए कदे किसे दे नाल अपने आप नूं कंपेयर ना करो कि मैं उहदे जैसा क्यों नहीं हाँ, मैं उहदे वर्गा क्यों नहीं, जां उहदे वर्गियां चीज़ां मेरे कोल क्यों नहीं। जदों असीं किसे होर वर्गे होण दी कोशिश करदे हां, फिर दुखी हुंदे हां, क्योंकि उहदे वर्गे होया नहीं जा सकदा। वाहिगुरू दी कुदरत दा ये नियम ही नहीं है कि कोई किसे दूसरे वर्गा हो जाए, क्योंकि कुदरत ने किसे दूसरे वर्गा किसे नूं पैदा ही नहीं कीता। कोई किसे दूसरे जैसा नहीं है, सब वखो वखरे ने, सब अलग अलग ने, रूप करके, रंग करके, हत्थां दे निशान, साडे फिंगरप्रिंट उन्हां करके असीं सब वखो वखरे हां। इसलिए अपने वखरे होण दा ही आनंद है। जे सारे इक्को जिहे हो जावांगे तो फिर आनंद नहीं जे रहण वाला, फिर आनंद नहीं रहण वाला। इसलिए सतगुरु समझाउंदे, सतगुरु कहंदे जीवन अनमोल है, इसकी अनमोलता नूं जाण। ये वाहिगुरू ने बख्शिया अनमोल जीवन, इनू तू कौडी बदले ना बर्बाद कर, इनू तू व्यर्थ चीज़ों के लिए एवें ना उजाड़। हीरा लाल अमोल जन्म है, कौडी बदले हारे उरे, कौडी के बदले तू हार रहे हैं इस जीवन नूं, इनू बर्बाद कर रहे हैं। जेते जतन करत ते डूबे, सुख सागर भव सागर नहीं तारियो। कबीर साहब कहते ने कि बंदे ने जतन तो बड़े कीते, जेते जतन करत ते डूबे। सतगुरु कहते बंदा जतन बड़े करता, कोशिश बड़ी करता, पर जिन्ने जतन करता उन्ने डुबदा जाता है।
ਮਾਇਆ ਦੇ ਵਿੱਚ ਇਹ ਧਾਰਮਿਕ ਕਰਮਾਂ ਦੇ ਯਤਨ, ਕਈ ਤਰ੍ਹਾਂ ਦੇ ਕਰਮ ਕਾਂਡ, ਬੜਾ ਕੁਝ ਕਰਦਾ। ਦੇਖਦੇ ਨਾ ਆਪਾਂ ਆਪਣੇ ਸਮਾਜ ਦੇ ਵਿੱਚ ਕਿ ਲੋਕ ਇੰਨੀ ਪੂਜਾ ਕਰਦੇ ਨੇ, ਇੰਨਾ ਧਾਰਮਿਕ ਕਰਮ ਕਰਦੇ ਨੇ, ਜਪ ਤਪ ਕਰਦੇ ਨੇ, ਪਰ ਫਿਰ ਸਾਡਾ ਸਮਾਜ ਉੱਥੇ ਦਾ ਉੱਥੇ ਹੀ ਹੈ। ਫਿਰ ਵੀ ਸਮਾਜ ਦੇ ਵਿੱਚੋਂ ਜਿਹੜੀਆਂ ਕੁਰੀਤੀਆਂ ਨੇ ਉਹ ਜਾਂਦੀਆਂ ਹੀ ਨਹੀਂ। ਸਮਾਜ ਦੇ ਵਿੱਚ ਉਹੀ ਮਾੜਾ ਵਿਵਹਾਰ, ਉਹੀ ਸਭ ਕੁਝ ਹੈ। ਪਰ ਜਦੋਂ ਦੇਖਦੇ ਹਾਂ ਪੂਜਾ ਪਾਠ, ਸਿਮਰਨ ਸਾਧਨਾ, ਸਾਰੇ ਧਰਮਾਂ ਦੇ, ਹਿੰਦੂਆਂ ਦੇ, ਸਿੱਖਾਂ ਦੇ, ਮੁਸਲਮਾਨਾਂ ਦੇ, ਜਿਹੜਾ ਵੀ ਕੋਈ ਧਰਮ, ਇੱਥੇ ਸਭ ਦੇ ਬੜੇ ਸਮਾਗਮ ਨੇ। ਈਸਾਈਆਂ ਦੀਆਂ ਪ੍ਰਾਰਥਨਾਵਾਂ ਦੇ ਸਮਾਗਮ ਕਿੰਨੇ ਹੁੰਦੇ ਰਹਿੰਦੇ ਨੇ। ਪਰ ਸਮਾਜ ਉੱਥੇ ਤਾਂ ਉੱਥੇ, ਲੋਕ ਉੱਥੇ ਦੇ ਉੱਥੇ ਖੜੋਤੇ ਨੇ, ਫਰਕ ਕੁਛ ਵੀ ਨਹੀਂ। ਪੀਰ ਸਾਹਿਬ ਕਹਿੰਦੇ ਜੇਤੇ ਯਤਨ ਕਰਤ ਤੇ ਡੁੱਬੇ। ਜਿੰਨੇ ਯਤਨ ਬੰਦਾ ਕਰਦਾ ਇਹ ਫਿਰ ਡੁੱਬਦਾ ਜਾਂਦਾ। ਚਾਹੀਦਾ ਤਾਂ ਇਹ ਹੈ ਨਾ ਕਿ ਤਰੇ, ਚਾਹੀਦਾ ਤਾਂ ਇਹ ਹੈ ਸਮਾਜ ਸਵਰੇ, ਲੋਕ ਠੀਕ ਹੋਣ, ਲੋਕ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋਣ, ਝੂਠ ਨਿੰਦਾ ਚੁਗਲੀ ਤੋਂ ਮੁਕਤ ਹੋਣ। ਪਰ ਐਸਾ ਹੈ ਨਹੀਂ, ਐਸਾ ਕਿਤੇ ਦਿਖਾਈ ਨਹੀਂ ਦਿੰਦਾ। ਇੱਥੇ ਬਿਲਕੁਲ ਐਸਾ ਹੈ ਕਿ ਬੰਦਾ ਆਪਣੇ ਘਰ ਦੇ ਵਿੱਚ ਝਾੜੂ ਕਰੀ ਜਾਂਦਾ ਹੈ, ਕਰੀ ਜਾਂਦਾ ਹੈ, ਪਰ ਕੂੜਾ ਫਿਰ ਉੱਥੇ ਦਾ ਉੱਥੇ ਹੀ ਹੈ, ਗੰਦਗੀ ਫਿਰ ਉੱਥੇ ਦੀ ਉੱਥੇ। ਕੋਈ ਪੁੱਛੇ ਕਿ ਭਾਈ ਸਵੇਰ ਤੋਂ ਲੈ ਕੇ ਤੂੰ ਸ਼ਾਮ ਤੱਕ ਝਾੜੂ ਫੇਰੀ ਜਾ ਰਿਹਾ ਆਪਣੇ ਘਰ ਵਿੱਚ, ਪਰ ਗੰਦਗੀ ਤੇਰੀ ਫਿਰ ਉੱਥੇ ਦੀ ਉੱਥੇ ਹੀ ਹੈ। ਤੁਸੀਂ ਪੁੱਛੋ ਜਰਾ ਉਹਨਾਂ ਨੂੰ ਸਵਾਲ ਜਿਹੜੇ ਰੌਲਾ ਪਾਉਂਦੇ ਨੇ ਸਵੱਛ ਭਾਰਤ ਦਾ, ਕਿ ਗੰਦ ਉੱਥੇ ਦਾ ਉੱਥੇ ਹੀ ਹੈ। ਅਭਿਆਨ ਤੁਹਾਡੇ ਕਦੋਂ ਦੇ ਚੱਲ ਰਹੇ ਨੇ? ਤੁਸੀਂ ਕਦੋਂ ਦਾ, ਕਈ ਸਾਲਾਂ ਦਾ ਅਭਿਆਨ ਚਲਾਇਆ ਹੋਇਆ ਸਵੱਛ ਭਾਰਤ, ਕਿ ਸਾਫ ਸੁਥਰਾ ਭਾਰਤ, ਪਰ ਸਾਫ ਸੁਥਰਾ ਹੈ ਕਿੱਥੇ? ਝਾੜੂ ਫੇਰਿਆ ਬਹੁਤ ਜਾ ਰਿਹਾ, ਸਫਾਈ ਕੀਤੀ ਬਹੁਤ ਜਾ ਰਹੀ ਹੈ, ਪਰ ਨਜ਼ਰ ਕਿਤੇ ਵੀ ਨਹੀਂ ਆ ਰਹੀ, ਦਿਖਾਈ ਕਿਤੇ ਵੀ ਨਹੀਂ ਦੇ ਰਿਹਾ। ਐਸਾ ਹੀ ਧਰਮ ਦੀ ਹਾਲਤ ਹੋਈ ਪਈ ਹੈ ਕਿ ਪੂਜਾ ਪਾਠ ਬੜਾ ਹੋ ਰਿਹਾ ਹੈ, ਸਿਮਰਨ ਬੜਾ ਹੋ ਰਿਹਾ ਹੈ, ਸਾਧਨਾਵਾਂ ਬੜੀਆਂ ਹੋ ਰਹੀਆਂ, ਬੜੇ ਜਪ ਤਪ ਹੋ ਰਹੇ ਨੇ, ਬੜੇ ਯੱਗ ਹੋ ਰਹੇ ਨੇ, ਬੜਾ ਕੁਝ ਹੋ ਰਿਹਾ, ਪਰ ਲੋਕ ਫਿਰ ਉੱਥੇ ਦੇ ਉੱਥੇ, ਲੋਕ ਫਿਰ ਚੋਰ, ਲੋਕ ਫਿਰ ਕਰਪਟ, ਫਿਰ ਸਭ ਕੁਝ ਉੱਥੇ ਦਾ ਉੱਥੇ ਹੀ ਹੈ। ਇਸ ਦਾ ਮਤਲਬ ਹੈ ਕਿ ਦਿਖਾਵਾ ਹੋ ਰਿਹਾ ਹੈ ਬਸ। ਇਸ ਲਈ ਕਬੀਰ ਸਾਹਿਬ ਨੂੰ ਕਹਿਣਾ ਪੈ ਰਿਹਾ ਹੈ, ਕਬੀਰ ਸਾਹਿਬ ਕਹਿੰਦੇ ਜੇਤੇ ਯਤਨ ਕਰਤ ਤੇ ਡੁੱਬੇ। ਜਿੰਨੇ ਯਤਨ ਕੀਤੇ ਸਭ ਡੁੱਬ ਗਏ, ਸਭ ਵਿਅਰਥ ਗਏ, ਫਾਇਦਾ ਹੀ ਨਹੀਂ ਹੋਇਆ ਕੁਛ। ਕਿ ਜਿਵੇਂ ਕੋਈ ਬੰਦਾ ਡਾਕਟਰ ਤੋਂ ਦਵਾਈ ਲਵੇ, ਹਰ ਹਫਤੇ ਦਵਾਈ ਲਵੇ ਤੇ ਡਾਕਟਰ ਨਾਲ ਲੜ ਕੇ ਆਵੇ ਕਿ ਭਾਈ ਤੂੰ ਕਾਹਦੀ ਦਵਾਈ ਦਿੰਦਾ, ਮੈਨੂੰ ਤਾਂ ਆਰਾਮ ਹੀ ਨਹੀਂ ਆਉਂਦਾ, ਮੈਨੂੰ ਤਾਂ ਫਰਕ ਹੀ ਨਹੀਂ ਪੈਂਦਾ ਕੋਈ। ਹੁਣ ਇਹ ਤੇ ਦੱਸਦਾ ਨਹੀਂ ਕਿ ਨਾ ਮੈਂ ਟਾਈਮ ਸਿਰ ਦਵਾਈ ਲੈਣਾ ਤੇ ਨਾ ਮੈਂ ਪਰਹੇਜ਼ ਕਰਦਾ। ਜੋ ਚੀਜ਼ਾਂ ਦਾ ਪਰਹੇਜ਼ ਦੱਸਿਆ ਗਿਆ ਕਿ ਆਹ ਚੀਜ਼ਾਂ ਨਹੀਂ ਖਾਣੀਆਂ, ਆਹ ਖੱਟੀਆਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ, ਪਰ ਉਹਨਾਂ ਦਾ ਪਰਹੇਜ਼ ਨਹੀਂ। ਮਿੱਠਾ ਨਹੀਂ ਖਾਣਾ, ਘੱਟ ਕਰ, ਪਰ ਨਹੀਂ ਹਟਦਾ, ਲੜਦਾ ਜਾ ਕੇ ਡਾਕਟਰ ਨਾਲ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹਾਲਤ ਇਹੀ ਹੈ ਬੰਦੇ ਦੀ ਕਿ ਲੋਕ ਪੂਜਾ ਪਾਠ ਕਰੀ ਜਾਂਦੇ ਨੇ, ਪਰ ਫਰਕ ਕਿਤੇ ਕੁਛ ਨਹੀਂ ਪੈਂਦਾ। ਸਗੋਂ ਉਲਟਾ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਇਸ ਸਮਾਜ ਸੰਸਾਰ ਵਿੱਚ ਕਲਯੁਗ ਦਾ ਬੋਲਬਾਲਾ ਵਧੀ ਜਾਂਦਾ। ਲੋਕ ਕਿੰਨੇ ਮਾੜੇ ਹੋਈ ਜਾਂਦੇ ਨੇ, ਲੋਕ ਕਿੰਨੇ ਕਰਪਟ ਹੋਈ ਜਾਂਦੇ ਨੇ, ਲੋਕ ਗੱਲਾਂ ਇਹ ਕਰਦੇ ਨੇ, ਜਦ ਕਿ ਆਪ ਕੁਛ ਵੀ ਨਹੀਂ ਕਰ ਰਹੇ, ਆਪ ਕੁਛ ਵੀ ਨਹੀਂ। ਸਤਿਗੁਰੂ ਕਹਿੰਦੇ ਕਿ ਬੰਦੇ ਦੇ ਸਾਰੇ ਯਤਨ ਵਿਅਰਥ ਜਾ ਰਹੇ ਨੇ, ਕੋਈ ਲਾਭ ਨਹੀਂ ਹੋ ਰਿਹਾ ਧਾਰਮਿਕ ਕਰਮ ਕਰਨ ਦਾ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰੇ ਉਰੇ। ਸਤਿਗੁਰੂ ਕਹਿੰਦੇ ਫਿਰ ਇਸ ਤਰ੍ਹਾਂ ਭਵ ਸਾਗਰ ਨਹੀਂ ਲੰਘਿਆ ਜਾਣਾ, ਇਸ ਤਰ੍ਹਾਂ ਭਵ ਸਾਗਰ ਤੋਂ ਪਾਰ ਨਹੀਂ ਹੋਇਆ ਜਾਣਾ। ਇਵੇਂ ਕਿਵੇਂ ਹੋ ਜਾਵੇਗਾ? ਗੱਲਾਂ ਨਾਲ। ਸਤਿਗੁਰੂ ਕਹਿੰਦੇ ਗੱਲਾਂ ਨਾਲ ਤੇ ਕਦੇ ਕੁਛ ਨਹੀਂ ਹੁੰਦਾ। ਮਤ ਜਾਣ ਸੈਂ ਗੱਲੀ ਪਾਇਆ। ਸਤਿਗੁਰੂ ਕਹਿੰਦੇ ਭੁਲੇਖਾ ਨਾ ਨਹੀਂ ਰੱਖੀ ਕਿਤੇ ਕਿ ਸ਼ਾਇਦ ਇੰਜ ਮਿਲ ਜਾਏਗਾ ਨਾ। ਇੱਕ ਫਿਰੈਂ ਘਨੇਰੇ ਕਰਾਂ ਗੱਲਾਂ ਗੱਲੀ ਕਿਹਨੇ ਨਾ ਪਾਇਆ। ਸਤਿਗੁਰੂ ਕਹਿੰਦੇ ਕਿਸੇ ਨੇ ਨਹੀਂ ਪਾਇਆ ਐਵੇਂ। ਇਸ ਲਈ ਕਰਮ ਧਰਮ ਕਰਤੇ ਵੋ ਸੰਜਮ, ਅਹੰ ਬੁੱਧ ਮਨ ਜਾ ਰਹੇ ਹੋ। ਕਰਮ ਧਰਮ ਬਹੁਤ ਕਰਦਾ।
ਤੁਸੀਂ ਜਿਸ ਵੀ ਕਿਸੇ ਨੂੰ ਪੁੱਛ ਲਓ ਉਹ ਇਹੀ ਕਹੇਗਾ ਜੀ ਮੈਂ ਤੇ ਬੜਾ ਪੂਜਾ ਪਾਠ ਕਰਦਾ, ਮੈਂ ਤੇ ਬੜਾ ਧਾਰਮਿਕ ਕਰਮ ਕਰਦਾ। ਸਤਿਗੁਰੂ ਕਹਿੰਦੇ ਕਰਮ ਧਰਮ ਕਰਤੇ ਬਹੁਤ ਸੰਜਮ, ਬੜੇ ਕਰਮ ਧਰਮ ਕਰਦਾ, ਬੜੇ ਪੂਜਾ ਪਾਠ ਕਰਦਾ, ਕਦੇ ਕੋਈ ਪੂਜਾ ਕਰਦਾ, ਕਦੇ ਕੋਈ, ਕਦੇ ਕੁਛ ਕਰਦਾ, ਕਦੇ ਗਣੇਸ਼ ਪੂਜਾ ਆ ਜਾਂਦੀ, ਕਦੇ ਨਰਾਤੇ ਆ ਜਾਂਦੇ ਨੇ, ਕਦੇ ਕੁਛ ਆ ਜਾਂਦਾ, ਕਦੇ ਕੁਛ ਕਰਦਾ, ਸਭ ਕੁਛ ਹੈ, ਸਭ ਕੁਛ ਕਰਦਾ, ਪਰ ਅਹੰ ਬੁੱਧ ਮਨ ਜਾ ਰਿਓ ਰੇ, ਹੰਕਾਰ ਨੇ ਇਹਦੇ ਮਨ ਨੂੰ ਸਾੜ ਦਿੱਤਾ ਜੇ, ਹੰਕਾਰ ਵਿੱਚ ਸੜਿਆ ਹੋਇਆ ਹੈ ਕਿ ਮੇਰੇ ਵਰਗਾ ਤਾਂ ਕੋਈ ਧਾਰਮਿਕ ਬੰਦਾ ਹੀ ਨਹੀਂ, ਮੇਰੇ ਵਰਗਾ ਤਾਂ ਪੂਜਾ ਪਾਠ ਕਰਨ ਵਾਲਾ ਕੋਈ ਹੈ ਹੀ ਨਹੀਂ, ਇਸ ਹਉਮੈ ਵਿੱਚ ਮਰ ਰਿਹਾ ਹੈ। ਸਤਿਗੁਰੂ ਕਹਿੰਦੇ ਹੰਕਾਰ ਬੁੱਧੀ, ਅਹੰ ਬੁੱਧ, ਹੰਕਾਰ ਬੁੱਧੀ ਮਨ ਜਾ ਰਿਓ ਰੇ, ਮਨ ਜਾ ਰਿਹਾ, ਸਾੜ ਦਿੱਤਾ। ਇਸ ਲਈ ਕੁਛ ਵੀ ਲਾਭ ਨਹੀਂ ਹੋ ਰਿਹਾ। ਸਤਿਗੁਰੂ ਕਹਿੰਦੇ ਇਹ ਹਉਮੈ ਮਨਮੁਖਾਂ ਨੂੰ ਖਾ ਗਈ ਹੈ, ਹਉਮੈ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ, ਇਹਨੇ ਮਨਮੁਖਾਂ ਨੂੰ ਖਾ ਲਿਆ। ਜਿਨ੍ਹਾਂ ਨੇ ਵੀ ਹੰਕਾਰ ਕੀਤਾ ਆਪਣੇ ਧਾਰਮਿਕ ਹੋਣ ਦਾ, ਆਪਣੇ ਚੰਗੇ ਹੋਣ ਦਾ, ਆਪਣੇ ਸਿਆਣੇ ਹੋਣ ਦਾ, ਉਹ ਡੁੱਬ ਗਏ। ਇਸ ਲਈ ਸਤਿਗੁਰੂ ਕਹਿੰਦੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉਂ ਮਨੋ ਵਿਸਾਰਿਓ ਰੇ। ਜਿਹੜਾ ਸਾਸ ਗਰਾਸ ਦਾ ਮਾਲਕ ਹੈ ਵਾਹਿਗੁਰੂ, ਉਸ ਨੂੰ ਤੂੰ ਕਿਉਂ ਭੁਲਾਇਆ, ਤੂੰ ਉਹਨੂੰ ਕਿਉਂ ਵਿਸਾਰਿਆ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਇਹ ਹੀਰਾ ਅਨਮੋਲ ਜਨਮ ਤੂੰ ਕੌਡੀਆਂ ਦੇ ਬਦਲੇ ਵਿਅਰਥ ਗਵਾ ਦਿੱਤਾ। ਰਹਾਉ ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ, ਹਿਰਦੈ ਨਾ ਹੀ ਵਿਚਾਰਿਓ ਰੇ। ਸਤਿਗੁਰੂ ਕਹਿੰਦੇ ਮਨ ਦੀ ਭਟਕਣਾ ਕਰਕੇ, ਮਨ ਭਟਕਿਆ, ਭਰਮ ਵਿੱਚ ਪਿਆ ਹੋਇਆ, ਭਰਮ ਵਿੱਚ ਪਿਆ ਹੋਇਆ, ਇਸ ਕਰਕੇ ਇਸ ਨੂੰ ਮਾਇਆ ਦੀ ਭੁੱਖ ਤੇ ਪਿਆਸ ਲੱਗੀ ਹੋਈ ਹੈ। ਕਿਉਂਕਿ ਮਨ ਭਰਮ ਮਤਲਬ, ਭਰਮ ਦਾ ਮਤਲਬ ਹੈ ਕਿ ਕਿਸੇ ਐਸੀ ਚੀਜ਼ ਵਿੱਚ ਉਲਝ ਜਾਣਾ ਜੋ ਹੈ ਹੀ ਨਹੀਂ, ਕਿਸੇ ਐਸੀ ਚੀਜ਼ ਨੂੰ ਸੱਚ ਸਮਝ ਲੈਣਾ ਜੋ ਸੱਚ ਹੈ ਹੀ ਨਹੀਂ। ਜਿਵੇਂ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਭਰਮ ਹੋ ਜਾਣਾ, ਆਪਣੇ ਆਪ ਨੂੰ ਸਿਆਣੇ ਹੋਣ ਦਾ ਭਰਮ ਹੋ ਜਾਣਾ ਕਿ ਮੇਰੇ ਵਰਗਾ ਤਾਂ ਕੋਈ ਸਿਆਣਾ ਬੰਦਾ ਹੀ ਨਹੀਂ, ਜਦ ਕਿ ਬੰਦਾ ਸਿਆਣਾ ਹੈ ਨਹੀਂ ਪਰ ਆਪਣੇ ਆਪ ਨੂੰ ਸਿਆਣਾ ਸਮਝਦਾ। ਕਬੀਰ ਸਾਹਿਬ ਕਹਿੰਦੇ ਕਿ ਭਰਮ ਗਿਆ ਮਨ, ਭਰਮ ਵਿੱਚ ਫਸ ਗਿਆ। ਮਨ ਨੇ ਦੇਖ ਲਿਆ ਕਿ ਦੂਸਰੇ ਬੰਦੇ ਦੇ ਕੋਲ ਪੈਸਾ ਹੈ, ਉਹ ਬੜਾ ਸੁਖੀ ਹੈ, ਉਹਨੇ ਸਿਰਫ ਪੈਸਾ ਦੇਖ ਲਿਆ, ਉਹਨੇ ਇਹ ਤਾਂ ਦੇਖਿਆ ਨਹੀਂ ਕਿ ਸੁੱਖ ਹੈ ਕਿ ਨਹੀਂ, ਕਿਉਂਕਿ ਮਨ ਨੂੰ ਲੱਗਿਆ ਕਿ ਪੈਸਾ ਹੈ ਤਾਂ ਸੁੱਖ ਵੀ ਹੋਵੇਗਾ, ਧੀਆਂ ਪੁੱਤ ਹੈਗੇ ਨੇ ਤਾਂ ਸੁੱਖ ਵੀ ਹੋਵੇਗਾ, ਕਾਰੋਬਾਰ ਹੈ ਤਾਂ ਸੁੱਖ ਵੀ ਹੋਏਗਾ। ਹੁਣ ਜ਼ਰੂਰੀ ਥੋੜੀ ਨਾ ਹੈ ਕਿ ਕਾਰੋਬਾਰ ਹੋਵੇਗਾ ਤਾਂ ਸੁੱਖ ਹੋਏਗਾ, ਧੀਆਂ ਪੁੱਤ ਹੋਣਗੇ ਤਾਂ ਸੁੱਖ ਹੋਵੇਗਾ ਹੀ ਹੋਵੇਗਾ। ਇਸ ਗੱਲ ਦਾ ਤੇ ਦਾਅਵਾ ਨਹੀਂ ਕੀਤਾ ਜਾ ਸਕਦਾ। ਬਹੁਤੀ ਵੇਰਾਂ ਤਾਂ ਇਹ ਦੇਖਣ 'ਚ ਆਇਆ ਹੈ ਕਿ ਜਿਨ੍ਹਾਂ ਦੇ ਬਹੁਤ ਜ਼ਿਆਦਾ ਕਾਰੋਬਾਰ ਨੇ ਉਹ ਜ਼ਿਆਦਾ ਦੁਖੀ ਨੇ, ਜਿਨ੍ਹਾਂ ਦੇ ਧੀਆਂ ਪੁੱਤ ਹੈਗੇ ਨੇ ਉਹ ਜ਼ਿਆਦਾ ਦੁਖੀ ਨੇ। ਬੇ ਔਲਾਦ ਲੋਕਾਂ ਨਾਲੋਂ ਧੀਆਂ ਪੁੱਤਾਂ ਵਾਲੇ ਜ਼ਿਆਦਾ ਦੁਖੀ ਨਜ਼ਰ ਆਉਂਦੇ ਨੇ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਬੰਦੇ ਦਾ ਮਨ ਭਰਮ ਗਿਆ ਦੂਸਰੇ ਨੂੰ ਦੇਖ ਕੇ, ਦੂਸਰੇ ਦਾ ਪੈਸਾ ਦੇਖ ਕੇ, ਦੂਸਰੇ ਦਾ ਕਾਰੋਬਾਰ ਦੇਖ ਕੇ, ਦੂਸਰੇ ਦੀਆਂ ਚੀਜ਼ਾਂ ਦੇਖ ਕੇ ਮਨ ਭਰਮ ਗਿਆ ਤੇ ਮਨ ਫਿਰ ਉਹੀ ਮੰਗਣ ਲੱਗਿਆ। ਮਨ ਨੂੰ ਫਿਰ ਤ੍ਰਿਸ਼ਨਾ ਲੱਗੀ, ਭਰਮ ਕਰਕੇ, ਭਟਕਣਾ ਕਰਕੇ ਮਨ ਨੂੰ ਤ੍ਰਿਸ਼ਨਾ ਲੱਗੀ ਕਿ ਹੋਰ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ। ਪਿਆਸ ਲੱਗੀ ਮਨ ਨੂੰ, ਮਾਇਆ ਦੀ ਭੁੱਖ ਲੱਗੀ। ਇਸ ਲਈ ਤੇ ਮਨ ਰੱਜਦਾ ਨਹੀਂ ਕਦੇ, ਮਨ ਕਦੇ ਨਹੀਂ ਤ੍ਰਿਪਤ ਹੁੰਦਾ, ਚਾਹੇ ਜੋ ਮਰਜ਼ੀ ਹਾਸਲ ਕਰ ਲਵੇ, ਜਿੰਨੇ ਮਰਜ਼ੀ ਭੋਗ ਲਵੇ, ਜੋ ਮਰਜ਼ੀ ਪਦਾਰਥ ਇਕੱਠੇ ਕਰ ਲੈ, ਇਹ ਕਦੇ ਰੱਜਦਾ ਨਹੀਂ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ, ਹਿਰਦੈ ਨਾ ਹੈ ਵਿਚਾਰਿਓ ਰੇ। ਇਹਨੇ ਆਪਣੇ ਹਿਰਦੇ ਵਿੱਚ ਜਰਾ ਵੀ ਵਿਚਾਰ ਨਹੀਂ ਕੀਤੀ, ਇਹਨੇ ਜਰਾ ਵੀ ਦਿਮਾਗ ਤੋਂ ਕੰਮ ਨਹੀਂ ਲਿਆ, ਸੋਚਿਆ ਨਹੀਂ ਜਰਾ ਵੀ ਕਿ ਮੈਂ ਕਿੱਥੇ ਲੱਗਾ ਹੋਇਆ, ਕਿ ਮੈਂ ਜੋ ਕੁਝ ਹਾਸਲ ਕਰਦਾ ਮਨ ਫਿਰ ਭੁੱਖਾ ਰਹਿੰਦਾ, ਜੋ ਕੁਝ ਵੀ ਇਕੱਠਾ ਕਰਦਾ ਮਨ ਫਿਰ ਖਾਲੀ। ਸਤਿਗੁਰੂ ਕਹਿੰਦੇ ਇਸ ਗੱਲ ਦੀ ਕਦੇ ਵਿਚਾਰ ਹੀ ਨਹੀਂ ਕਰਦਾ ਬੰਦਾ। ਹਿਰਦੈ ਨਾ ਹੈ ਵਿਚਾਰਿਓ ਰੇ, ਇਹਨੇ ਕਦੇ ਵੀ ਵਿਚਾਰਿਆ ਨਹੀਂ, ਤੇ ਫਿਰ ਵਿਚਾਰਿਆ ਨਹੀਂ ਤਾਂ ਸਤਿਗੁਰੂ ਕਹਿੰਦੇ ਫਿਰ ਉਨ ਮਤ ਮਾਨ ਹਿਰਿਓ ਮਨ ਮਾਹੀ।
ਮਸਤਿਆ ਹੋਇਆ। ਉਨਮਤ मतलब ਮਸਤ ਹੋਇਆ, ਪੈਸੇ ਵਿੱਚ, ਰੂਪ ਵਿੱਚ, ਹੰਕਾਰ ਵਿੱਚ, ਚੀਜ਼ਾਂ ਦੇ, ਪੈਸੇ ਦੇ ਜਾਂ ਹੋਰ ਵਸਤੂਆਂ ਦੇ ਹੰਕਾਰ ਵਿੱਚ ਮਸਤ ਹੋਇਆ ਫਿਰਦਾ। ਉਨਮਤ ਮਾਨ ਹਿਰਿਓ, ਤੇ ਇਹਦੇ ਮਾਣ ਨੇ, ਇਹਦੇ ਹੰਕਾਰ ਨੇ ਇਹਨੂੰ ਠੱਗ ਲਿਆ। ਹੰਕਾਰ ਨੇ ਠੱਗ ਲਿਆ, ਲੁੱਟ ਲਿਆ ਬੰਦੇ ਨੂੰ। ਹੰਕਾਰ ਵਿੱਚ ਬੰਦਾ ਲੁੱਟਿਆ ਜਾਂਦਾ ਕਿਉਂਕਿ ਉਸ ਨੂੰ ਲੱਗਦਾ ਕਿ ਮੇਰੇ ਜੈਸਾ ਤਾਂ ਕੋਈ ਹੈ ਹੀ ਨਹੀਂ। ਹੰਕਾਰ ਹੀ ਲੁੱਟ ਲੈਂਦਾ ਉਹਨੂੰ। ਸਤਿਗੁਰੂ ਕਹਿੰਦੇ ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ। ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਇਆ ਹੀ ਨਹੀਂ, ਗੁਰੂ ਦਾ ਸ਼ਬਦ ਮਨ ਵਿੱਚ ਧਾਰਨ ਕੀਤਾ ਹੀ ਨਹੀਂ। ਗੁਰੂ ਦੇ ਸ਼ਬਦ ਤੋਂ ਬਿਨਾਂ ਹੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾਂ ਅਵੇਸਲਾ ਖਾਲੀ ਹੈ। ਮਨ ਵਿੱਚ ਜੋ ਸ਼ਬਦ ਵਸਾਉਣਾ ਚਾਹੀਦਾ ਸੀ ਉਹ ਨਹੀਂ ਵਸਾਇਆ। ਮਨ ਵਿੱਚ ਹੋਰ ਹੋਰ ਚੀਜ਼ਾਂ, ਮਨ ਵਿੱਚ ਮਾਇਆ, ਮਾਇਆ ਦਾ ਮੋਹ ਤ੍ਰਿਸ਼ਨਾ, ਮਾਇਆ ਦੀ ਭੁੱਖ, ਮਾਇਆ ਦੀ ਪਿਆਸ। ਸਤਿਗੁਰੂ ਕਹਿੰਦੇ ਮਨ ਵਿੱਚ ਤਾਂ ਇਹੀ ਕੁਝ ਭਰਿਆ ਹੋਇਆ, ਗੁਰੂ ਦਾ ਸ਼ਬਦ ਤਾਂ ਹੈ ਹੀ ਨਹੀਂ। ਗੁਰ ਕਾ ਸ਼ਬਦ ਨਾ ਧਾਰਿਓ ਰੇ, ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ। ਸਤਿਗੁਰੂ ਕਹਿੰਦੇ ਸਵਾਦ ਦਾ ਮਾਰਿਆ, ਸਵਾਦ ਲੁਭਤ, ਸਵਾਦ ਕਿ ਬੰਦਾ ਜੀਵ ਦੇ ਸਵਾਦ ਕਰਕੇ ਲੁਭਤ ਹੋਇਆ ਫਿਰਦਾ। ਚਸਕੇ, ਲੱਭ, ਲੱਭ ਲੋਭ, ਲੱਭ ਮਤਲਬ ਹੁੰਦਾ ਚਸਕਾ ਕਿਸੇ ਵੀ ਚੀਜ਼ ਦਾ, ਪੈਸੇ ਦਾ, ਰੂਪ ਦਾ, ਰੰਗ ਦਾ, ਖਾਣ ਪੀਣ ਦੀਆਂ ਵਸਤੂਆਂ ਦਾ, ਕਿਸੇ ਵੀ ਚੀਜ਼ ਦਾ ਚਸਕਾ। ਸਤਿਗੁਰੂ ਕਹਿੰਦੇ ਇਹ ਲੱਭ ਜਿਹੜਾ ਹੈ ਨਾ, ਸਵਾਦ ਲੁਭਤ, ਸਵਾਦ ਵਿੱਚ ਲੁਭਤ ਹੋਇਆ ਪਿਆ ਬੰਦਾ। ਸਵਾਦ ਵਿੱਚ ਚੌਧਰ ਦਾ ਵੀ ਇੱਕ ਚਸਕਾ ਹੈ ਕਿ ਮੇਰੀ ਚੌਧਰ ਹੋਵੇ, ਮੇਰਾ ਹੁਕਮ ਚੱਲੇ, ਮੈਂ ਜੋ ਕਹਾਂ ਉਹ ਹੋਵੇ। ਸਤਿਗੁਰੂ ਕਹਿੰਦੇ ਇਹਨਾਂ ਵਿੱਚ ਬੰਦੇ ਦੀਆਂ ਇੰਦਰੀਆਂ ਗ੍ਰਸਤ ਨੇ। ਇਹਦੇ ਗਿਆਨ ਇੰਦਰੇ, ਕਰਮ ਇੰਦਰੇ ਸਵਾਦਾਂ ਵਿੱਚ ਲੱਗੇ ਹੋਏ ਨੇ। ਸਵਾਦ, ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ। ਸਤਿਗੁਰੂ ਕਹਿੰਦੇ ਇੰਦਰੀਆਂ ਰਸ ਦੀਆਂ ਪ੍ਰੇਰੀਆਂ ਹੋਈਆਂ ਕਿ ਜਿੱਥੋਂ ਕਿਤੋਂ ਸਾਡੀਆਂ ਇੰਦਰੀਆਂ ਨੂੰ ਰਸ ਮਿਲਦਾ ਉੱਥੇ ਟਿਕ ਜਾਂਦੀਆਂ। ਅੱਖਾਂ ਨੂੰ ਜਿੱਥੋਂ ਕਿਤੋਂ ਰਸ ਮਿਲਦਾ ਅੱਖਾਂ ਉੱਥੇ ਰੁਕ ਜਾਂਦੀਆਂ। ਕੰਨਾਂ ਨੂੰ ਜਿੱਥੋਂ ਸਵਾਦ ਮਿਲਦਾ ਕੰਨ ਉਸ ਗੱਲ ਨੂੰ ਸੁਣ ਲਈ ਰੁਕ ਜਾਂਦੇ ਨੇ। ਜ਼ੁਬਾਨ ਨੂੰ ਜਿਸ ਗੱਲ ਵਿੱਚੋਂ ਰਸ ਮਿਲਦਾ ਇਹ ਜ਼ੁਬਾਨ ਉਹੀ ਗੱਲ ਬਾਰ-ਬਾਰ ਬੋਲਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਵਿਕਾਰਿਓ ਰੇ। ਤੇ ਇਸ ਤਰ੍ਹਾਂ ਮਾਇਆ ਦੇ ਇਸ ਰਸ ਵਿੱਚ ਜਿਵੇਂ ਕੋਈ ਨਸ਼ੇ ਵਿੱਚ ਬੰਦਾ ਮਸਤ ਹੋ ਜਾਂਦਾ ਨਾ, ਕਿ ਕੋਈ ਨਸ਼ਾ ਕਰਕੇ ਉਹ ਮਸਤਿਆ ਫਿਰਦਾ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਮਾਇਆ ਦੇ ਇਸ ਰਸ ਵਿੱਚ, ਇਸ ਨਸ਼ੇ ਵਿੱਚ ਬੰਦਾ ਉਲਝਿਆ ਫਿਰਦਾ। ਮਦ ਰਸ ਲੈਤ ਵਿਕਾਰਿਓ, ਵਿਕਾਰਾਂ ਦਾ ਰਸ, ਵਿਕਾਰਾਂ ਦਾ ਨਸ਼ਾ, ਇਹਦੇ ਵਿੱਚ ਮਸਤ ਹੋਇਆ ਫਿਰਦਾ। ਰੂਪ ਦੇ ਨਸ਼ੇ ਵਿੱਚ, ਈਰਸ਼ਾ ਨਿੰਦਾ ਦੇ ਨਸ਼ੇ ਵਿੱਚ, ਕਾਮ ਕ੍ਰੋਧ ਦੇ ਨਸ਼ੇ ਵਿੱਚ ਉਲਝਿਆ ਫਿਰਦਾ। ਕਰਮ ਭਾਗ ਸੰਤਨ ਸੰਗਾਨੇ, ਜੇ ਕਿਤੇ ਵੱਡੇ ਭਾਗਾਂ ਨੂੰ ਸਾਧੂ ਮਿਲ ਪਵੇ, ਜੇ ਕਿਤੇ ਸਾਧੂ ਮਿਲ ਜਾਵੇ, ਕਰਮ ਭਾਗ ਸੰਤਨ ਸੰਗਾਨੇ, ਸੰਤਾਂ ਦਾ ਸੰਗ ਮਿਲ ਜਾਵੇ, ਗੁਰੂ ਦਾ ਸੰਗ ਮਿਲ ਜਾਵੇ, ਜੇ ਕਿਤੇ ਉਹਦੀ ਰਹਿਮਤ ਹੋ ਜਾਏ, ਗੁਰੂ ਦਾ ਸੰਗ ਮਿਲ ਜਾਏ ਤਾਂ ਕਾਸ਼ਟ ਲੋ ਉਧਾਰਿਓ ਰੇ। ਤਾਂ ਜਿਵੇਂ ਲੱਕੜ ਦੇ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੈ ਨਾ, ਇਸੇ ਤਰ੍ਹਾਂ ਪਾਪੀ ਆਦਮੀ ਵੀ ਗੁਰੂ ਦੇ ਸੰਗ, ਸਾਧੂ ਦੇ ਸੰਗ ਤਰ ਜਾਂਦਾ ਹੈ। ਲੋਹਾ ਨਹੀਂ ਤਰ ਸਕਦਾ, ਡੁੱਬ ਜਾਏਗਾ, ਪਰ ਜਦੋਂ ਉਹ ਲੱਕੜ ਵਿੱਚ ਲੱਗ ਜਾਂਦਾ ਹੈ, ਲੋਹੇ ਦੇ ਕਿੱਲ ਲੱਕੜ ਵਿੱਚ ਜਦੋਂ ਲੱਗ ਜਾਂਦੇ ਨੇ ਤਾਂ ਉਹ ਪਾਰ ਲੰਘ ਜਾਂਦੇ ਨੇ, ਉਹ ਪਾਰ ਲੰਘ ਜਾਂਦੇ, ਉਹ ਦੂਸਰੇ ਕਿਨਾਰੇ ਪਹੁੰਚ ਜਾਂਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਕਿ ਗੁਰੂ ਦੇ ਨਾਲ, ਸਾਧੂ ਦੇ ਨਾਲ ਜੁੜ ਕੇ, ਜਿਹਦੇ ਵੱਡੇ ਭਾਗ ਹੋਣ, ਜਿਹਨੂੰ ਸਾਧੂ ਦਾ ਸੰਗ ਮਿਲ ਜਾਏ, ਉਹਦੇ ਨਾਲ ਜੁੜ ਕੇ ਬੰਦੇ ਦਾ ਉਧਾਰ ਹੋ ਜਾਂਦਾ ਹੈ। ਧਾਵਤ ਜੋਨ ਜਨਮ ਭ੍ਰਮ ਥਾਕੇ, ਕਈ ਜੂਨਾਂ ਦੇ ਵਿੱਚ ਧਾਵਤ, ਭੱਜਦਿਆਂ ਭਟਕਦਿਆਂ, ਕਈ ਜੂਨਾਂ ਵਿੱਚ ਜਨਮਦਿਆਂ, ਜਨਮ ਜਨਮ ਕੇ ਥੱਕ ਕੇ ਹੁਣ ਇਹ ਜਨਮ ਹਾਸਲ ਹੋਇਆ। ਕਬੀਰ ਸਾਹਿਬ ਕਹਿੰਦੇ ਕਈ ਜਨਮਾਂ ਤੋਂ ਬਾਅਦ ਜਾ ਕੇ ਆ ਸਰੀਰ ਮਿਲਿਆ। ਸਤਿਗੁਰੂ ਕਹਿੰਦੇ 184 ਭ੍ਰਮ ਤਿਆਂ ਦੁਲੱਭ ਜਨਮ ਪਾਇਓਏ, ਹੁਣ ਪ੍ਰਾਪਤ ਹੋਇਆ ਆ ਮਨੁੱਖਾ ਜਨਮ, ਮਨੁੱਖਾ ਸਰੀਰ। ਧਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁੱਖ ਕਰ
हम हारियो रे। हुण दुख भोग के हार गए, थक गए, दुख भोग के बड़े दुख भोग ले, काम क्रोध दे वस, बड़ियां जूनां दे विच भटक भटक के दुख भोग ले, हुण आए आ, टिके आ, हुण उहदी शरण विच आ गए। धावत जोन जन्म भ्रम थाके, अब दुख कर हम हारियो रे। कह कबीर गुर मिलत महारस। कबीर साहब आखदे ने कि गुरु नाल मिल के महारस की प्राप्ति हुंदी है। कह कबीर गुर मिलत महारस, प्रेम भगत निस्तारियो रे। उहदे प्रेम, उहदी प्रेमा भगती दे नाल ही निस्तारा हुंदा है। जदों असीं उहदे नाल प्रेम करदे हां, उहदी भगती करदे हां, फिर निस्तारा हुंदा है। इसलिए उस तो बिना साडा निस्तारा नहीं हो सकता। उहदी भगती तो बिना, उहदी बंदगी तो बिना निस्तारा नहीं। इसलिए सतगुरु कहंदे यही इक्को एक ढंग है मुक्ति का कि उहदी शरण चलिया जा, उहदे चरनां नूं पकड़ लै ते उहदे चरनां विच जाके बेनती कर कि सच्चे पातशाह हुण मैं तेरी शरण विच आ गया वां, तू किरपा कर, चाहे तू अपनी शरण विच रख ते चाहे धक्के दे के कढ, मैं नहीं तेरा दर छड्ड के जांदा, मैं तेरा लड़ छड्ड के नहीं जांदा, चाहे जो मर्जी हो जावे। इसलिए ते प्रेमा भगती उस वाहिगुरू दे चरनां नाल कर। जदों उहदे नाल प्रेम भगत पावेगा तां तेरा निस्तारा हो जाएगा विषयां विकारां तो। सतगुरु रहमत करे साडे सब दे मनां दे अंदर उस वाहिगुरू दा प्रेम, उहदी भगती जिहड़ी है, उहदी जाग सब दे मनां अंदर लगे होईयां भुल्लां लिखिमां सतगुरु जी अते आप सरबत संगत बख्शण जोग भुल्लां ना चितारदे होए आखो जी वाहिगुरू जी का खालसा वाहिगुरू जी की फतेह।